नमस्कार साथियों। रीट ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਪੰਜਾਬੀ ਲੈਂਗੁਏਜ ਦੇ ਅੰਦਰ ਆਪਣਾ ਲੈਂਗੁਏਜ ਸਕਿੱਲ ਦੇ ਬਾਰੇ ਟੌਪਿਕ ਚੱਲ ਰਿਹਾ ਸੀ। ਭਾਸ਼ਾ ਦੇ ਕੌਸ਼ਲ ਦੇ ਬਾਰੇ ਆਪਾਂ ਪੜ੍ਹ ਰਹੇ ਸੀ। ਉਸ ਦੇ ਅੰਦਰ ਆਪਾਂ ਜੋ ਗੱਲਬਾਤ ਹੈ ਉਸ ਦੇ ਬਾਰੇ ਕਰ ਚੁੱਕੇ ਹਾਂ। ਯਾਨੀ ਆਪਾਂ ਇਹ ਪੜ੍ਹ ਚੁੱਕੇ ਹਾਂ ਕਿ ਜਿਹੜਾ ਬੋਲਣਾ ਹੈ, ਬੋਲਚਾਲ ਹੈ, ਉਹ ਕਿਵੇਂ ਦੀ ਹੋਣੀ ਚਾਹੀਦੀ ਹੈ, ਉਸ ਦੇ ਕੀ ਮਹੱਤਵ ਨੇ, ਕੀ ਉਦੇਸ਼ ਨੇ ਅਤੇ ਕਿਹੜੇ ਕਿਹੜੇ ਗੁਣ ਨੇ, ਇਹ ਆਪਾਂ ਪਿਛਲੀ ਕਲਾਸ ਦੇ ਅੰਦਰ ਪੜ੍ਹ ਚੁੱਕੇ ਹਾਂ। ਅਤੇ ਅੱਜ ਦੀ ਇਸ ਕਲਾਸ ਦੇ ਅੰਦਰ ਆਪਾਂ ਪੜ੍ਹਨਾ ਹੈ ਸੁਣਨ ਕੌਸ਼ਲ ਦੀ ਸਿੱਖਿਆ ਦੇ ਬਾਰੇ। ਯਾਨੀ ਇੱਕ ਟੀਚਰ ਦੇ ਲਈ ਸੁਣਨ ਕੌਸ਼ਲ ਦੀ ਜਿਹੜੀ ਸਿੱਖਿਆ ਹੈ ਉਹ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਆਪਾਂ ਹੋਰ ਸੁਣਨ ਕੌਸ਼ਲ ਦੇ ਮਹੱਤਵ ਅਤੇ ਸੁਣਨ ਕੌਸ਼ਲ ਦੇ ਜਿਹੜੇ ਗੁਣ ਹੁੰਦੇ ਨੇ ਆਪਾਂ ਉਹਨਾਂ ਦੀਆਂ ਵੀ ਗੱਲਾਂ ਕਰਾਂਗੇ। ਅਤੇ ਨਾਲ ਨਾਲ ਇਹ ਵੀ ਗੱਲਾਂ ਕਰਨੀਆਂ ਨੇ ਕਿ ਪ੍ਰੀਖਿਆ ਦੇ ਅੰਦਰ ਜੋ ਰੀਟ 2021 ਇਮਤਿਹਾਨ ਹੋਣ ਜਾ ਰਿਹਾ ਹੈ ਉਸ ਦੇ ਅੰਦਰ ਇਸ ਟੌਪਿਕ ਦੇ ਅੰਦਰੋਂ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਆਪਾਂ ਸੁਣਨ ਕੌਸ਼ਲ ਦੀ ਸਿੱਖਿਆ ਦੇ ਬਾਰੇ। ਸਭ ਤੋਂ ਪਹਿਲੇ ਤਾਂ ਆਪਾਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੁਣਨ ਕੌਸ਼ਲ ਅਸਲ ਦੇ ਅੰਦਰ ਹੈ ਕੀ। ਸੁਣਨ ਦੀ ਯੋਗਤਾ ਪੈਦਾ ਕਰਨੀ ਅਤੇ ਸੁਣ ਕੇ ਦੂਜਿਆਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਨਾ, ਉਸ ਵਿੱਚ ਅਰਥ ਗ੍ਰਹਿਣ ਕਰਨ ਦੀ ਰੁਚੀ ਪੈਦਾ ਹੋ ਸਕੇ, ਇਸ ਲਈ ਸੁਣਨ ਕੌਸ਼ਲ ਬਹੁਤ ਹੀ ਜ਼ਰੂਰੀ ਹੈ। ਸੁਣਨ ਕੌਸ਼ਲ ਆਪ ਸਮਝ ਗਏ ਹੋਣਗੇ, ਯਾਨੀ ਸੁਣਨਾ। ਹੁਣ ਸੁਣਨਾ ਜਿਹੜੀ ਹੈ ਉਸ ਦੇ ਅੰਦਰ ਵੀ ਬਹੁਤ ਸਾਰੀਆਂ ਐਸੀਆਂ ਯੋਗਤਾਵਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਇੱਕ ਪ੍ਰਭਾਵਸ਼ਾਲੀ ਵਿਅਕਤੀਗਤ ਬਖਸ਼ਦੀਆਂ ਨੇ। ਕਿਉਂਕਿ ਸੁਣਨਾ ਡਿਪੈਂਡ ਕਰਦਾ ਹੈ ਤੁਹਾਡੇ ਵਿਚਾਰ ਪ੍ਰਗਟ ਕਰਨ ਦੇ ਲਈ। ਕਿਉਂਕਿ ਜੇ ਠੀਕ ਸੁਣਿਆ ਹੋਏਗਾ ਤਾਂ ਹੀ ਤੁਸੀਂ ਠੀਕ ਜਵਾਬ ਦੇ ਸਕਦੇ ਹੋ। ਅਗਰ ਜੇਕਰ ਠੀਕ ਸੁਣਿਆ ਹੀ ਨਹੀਂ ਤਾਂ ਫਿਰ ਤੁਸੀਂ ਠੀਕ ਜਵਾਬ ਨਹੀਂ ਦੇ ਸਕਦੇ। ਤਾਂ ਇਸ ਲਈ ਜਿਹੜੀ ਸੁਣਨ ਕੌਸ਼ਲ ਦੀ ਜਿਹੜੀ ਯੋਗਤਾ ਹੈ ਇਹ ਬੱਚਿਆਂ ਦੇ ਅੰਦਰ ਪੈਦਾ ਕਰਨੀ ਇੱਕ ਟੀਚਰ ਦਾ ਫਰਜ਼ ਹੁੰਦਾ ਹੈ, ਇੱਕ ਕਰਤੱਵ ਹੁੰਦਾ ਹੈ। ਅਸੀਂ ਇਹ ਕਹੀਏ ਕਿ ਟੀਚਰ ਦੇ ਲਈ ਲਾਜ਼ਮੀ ਹੈ ਕਿ ਬੱਚਿਆਂ ਦੇ ਅੰਦਰ ਸੁਣਨ ਕੌਸ਼ਲ ਦੀ ਯੋਗਤਾ ਵਿਕਸਿਤ ਕਰੇ ਤਾਂ ਕਿ ਬੱਚੇ ਇੱਕ ਵਧੀਆ ਤਰੀਕੇ ਨਾਲ ਚੰਗਾ ਸੁਣ ਕੇ ਅਤੇ ਉਸ ਦਾ ਜਵਾਬ ਦੇ ਸਕਣ। ਦੂਜੇ ਸ਼ਬਦਾਂ ਦੇ ਅੰਦਰ ਕਹੀਏ ਕਿ ਆਪਾਂ ਅਰਥ ਗ੍ਰਹਿਣ ਦੀ ਰੁਚੀ ਪੈਦਾ ਕਰਨਾ, ਇਹ ਵੀ ਹੋ ਸਕਦਾ ਹੈ। ਇਹ ਵੀ ਸੁਣਨ ਕੌਸ਼ਲ ਦੇ ਲਈ ਲਾਜ਼ਮੀ ਕਿਹਾ ਜਾਂਦਾ ਹੈ। ਯਾਨੀ ਇਹਦਾ ਮਤਲਬ ਇਹ ਹੋਇਆ ਕਿ ਜੋ ਕਿਸੇ ਵਕਤਾ ਨੇ ਗੱਲ ਕਹੀ ਉਹ ਬੱਚੇ ਨੇ ਕਿਵੇਂ ਸੁਣੀ, ਤਾਂ ਉਸ ਦੀ ਰੁਚੀ ਪੈਦਾ ਕਰਨਾ। ਜੇਕਰ ਉਸ ਦੀ ਰੁਚੀ ਨਹੀਂ ਹੋਏਗੀ ਸੁਣਨ ਦੇ ਵੱਲ ਤਾਂ ਫਿਰ ਉਹ ਬੱਚਾ ਵਧੀਆ ਤਰੀਕੇ ਨਾਲ ਜੋ ਕਨਸੈਪਟ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹ ਸੁਣ ਨਹੀਂ ਪਾਏਗਾ ਜਾਂ ਫਿਰ ਉਸ ਦਾ ਸਹੀ ਅਰਥ ਹੈ ਜਿਹੜਾ ਉਹ ਗ੍ਰਹਿਣ ਨਹੀਂ ਕਰ ਪਾਏਗਾ। ਇਸ ਲਈ ਇਹ ਗੱਲਾਂ ਜ਼ਰੂਰੀ ਹੋ ਜਾਂਦੀਆਂ ਨੇ। ਹੁਣ ਆਪਾਂ ਗੱਲ ਕਰਾਂਗੇ ਸੁਣਨ ਕੌਸ਼ਲ ਦੇ ਮਹੱਤਵ ਦੇ ਬਾਰੇ ਗੱਲ ਕਰਾਂਗੇ। ਸੁਣਨ ਕੌਸ਼ਲ ਦੇ ਮਹੱਤਵ ਨੂੰ ਹੇਠ ਲਿਖਿਆ ਨਿਯਮਾਂ ਰਾਹੀਂ ਸਮਝਿਆ ਜਾ ਸਕਦਾ ਹੈ। ਇੱਥੇ ਕੁਝ ਨਿਯਮ ਦਿੱਤੇ ਗਏ ਨੇ, ਇਹਨਾਂ ਨਿਯਮਾਂ ਦੇ ਰਾਹੀਂ ਆਪਾਂ ਸੁਣਨ ਕੌਸ਼ਲ ਦੇ ਮਹੱਤਵ ਨੂੰ ਸਮਝ ਸਕਦੇ ਹਾਂ। ਸਭ ਤੋਂ ਪਹਿਲੇ ਜਿਹੜਾ ਆਪਣੇ ਕੋਲ ਨਿਯਮ ਆ ਜਾਂਦਾ ਹੈ ਉਹ ਆ ਜਾਂਦਾ ਵਿਚਾਰਾਂ ਨੂੰ ਗ੍ਰਹਿਣ ਕਰਨ ਲਈ ਜ਼ਰੂਰੀ। ਯਾਨੀ ਇਹ ਵਿਚਾਰ ਹੁੰਦੇ ਨੇ, ਯਾਨੀ ਕਿਸੇ ਦੀਆਂ ਜੋ ਗੱਲਾਂ ਨੇ ਉਹ ਗੱਲਾਂ ਨੂੰ ਗ੍ਰਹਿਣ ਕਰਨ ਦੇ ਲਈ ਸੁਣਨ ਕੌਸ਼ਲ ਹੈ ਉਸ ਦਾ ਮਹੱਤਵ ਬਹੁਤ ਜ਼ਿਆਦਾ ਹੈ। ਕਿਉਂਕਿ ਸੁਣਨ ਕੌਸ਼ਲ ਦੇ ਰਾਹੀਂ ਆਪਾਂ ਕਿਸੇ ਦੇ ਵਿਚਾਰ ਠੀਕ ਤਰੀਕੇ ਨਾਲ ਗ੍ਰਹਿਣ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਸਮਝ ਸਕਦੇ ਹਾਂ। ਧੁਨੀਆਂ, ਆਵਾਜ਼ਾਂ ਨੂੰ ਸੁਣਨ ਨਾਲ ਹੀ ਸਮਝਿਆ ਜਾ ਸਕਦਾ ਹੈ। ਦੂਜਿਆਂ ਦੇ ਵਿਚਾਰ ਗ੍ਰਹਿਣ ਕਰਨ ਤੋਂ ਪਹਿਲਾਂ ਉਹਨਾਂ ਵਿਚਾਰਾਂ ਨੂੰ ਸੁਣਨਾ ਪੈਂਦਾ ਹੈ। ਯਾਨੀ ਜੇ ਕਿਸੇ ਨੇ ਕੋਈ ਗੱਲਬਾਤ ਕਹੀ ਹੈ ਉਸ ਨੂੰ ਆਪਾਂ ਗ੍ਰਹਿਣ ਕਰਨਾ ਹੈ ਤਾਂ ਉਸ ਤੋਂ ਪਹਿਲੇ ਆਪਾਂ ਨੂੰ ਸੁਣਨਾ ਪੈਂਦਾ ਹੈ। ਤਾਂ ਸੁਣਨ ਦੇ ਲਈ ਆਪਾਂ ਨੂੰ ਠੀਕ ਸੁਣਨਾ, ਸਹੀ ਤਰੀਕੇ ਦੇ ਨਾਲ ਸੁਣਨਾ ਇਹ ਜ਼ਰੂਰੀ ਹੋ ਜਾਂਦਾ ਹੈ। ਜੇਕਰ ਸੁਣਨ ਕੌਸ਼ਲ ਚੰਗਾ ਹੋਵੇਗਾ ਤਾਂ ਦੂਸਰਿਆਂ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣ ਕੇ ਆਰਾਮ ਨਾਲ ਉਸ ਸੰਬੰਧੀ ਆਪਣੇ ਵਿਚਾਰ ਪ੍ਰਗਟਾ ਸਕੇਗਾ। ਫਿਰ ਉਹ ਆਪਣੇ ਵਿਚਾਰ ਦੇ ਸੰਬੰਧੀ ਠੋਸ ਅਤੇ ਜ਼ਰੂਰੀ ਤਰਕ ਦੇ ਸਕੇਗਾ। ਯਾਨੀ ਜੇ ਠੀਕ ਤਰੀਕੇ ਨਾਲ ਉਸਨੇ ਸੁਣਿਆ ਹੈ ਤਾਂ ਹੀ ਉਸ ਨੂੰ ਸਮਝੇਗਾ, ਅਤੇ ਜੇ ਸਮਝ ਲਿਆ ਤਾਂ ਫਿਰ ਉਹਦੇ ਵਧੀਆ ਤਰੀਕੇ ਨਾਲ ਇੱਕ ਤਰਕਪੂਰਨ ਜਵਾਬ ਦੇਣ ਦੇ ਅੰਦਰ ਉਹ ਕਾਬਲ ਹੋ ਜਾਏਗਾ, ਕਾਮਯਾਬ ਹੋਏਗਾ। ਇਸ ਲਈ ਕਿਹਾ ਜਾਂਦਾ ਹੈ ਕਿ ਸੁਣਨਾ ਦਾ ਜਿਹੜਾ ਮਹੱਤਵ ਹੈ ਉਹ ਵਿਚਾਰਾਂ ਨੂੰ ਗ੍ਰਹਿਣ ਕਰਨ ਦੇ ਲਈ ਜ਼ਰੂਰੀ ਹੋ ਜਾਂਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜੋ ਦੂਸਰਾ ਪੁਆਇੰਟ ਆ ਜਾਂਦਾ ਸਾਥੀਓ, ਉਸ ਦੇ ਅੰਦਰ ਆ ਜਾਂਦਾ ਸਿੱਖਿਆ ਵਿੱਚ ਸੁਣਨ ਕੌਸ਼ਲ ਦਾ ਮਹੱਤਵ। ਤਾਂ ਇਹ ਵੀ ਇੱਕ ਜ਼ਰੂਰੀ ਗੱਲ ਹੈ, ਸਿੱਖਿਆ ਵਿੱਚ ਸੁਣਨ ਕੌਸ਼ਲ ਦਾ ਮਹੱਤਵ। ਸਿੱਖਿਆ ਵਿੱਚ ਹੀ ਸੁਣਨ ਕੌਸ਼ਲ ਬਹੁਤ ਮਹੱਤਵ ਰੱਖਦਾ ਹੈ। ਅਧਿਆਪਕ ਸਿੱਖਿਆ ਦੇਣ ਸਮੇਂ ਮੌਖਿਕ ਵਿਚਾਰਾਂ ਦੀ ਵਰਤੋਂ ਕਰਦਾ ਹੈ।
ਬੱਚੇ ਵਿੱਚ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨ ਲਈ ਸੁਣਨ ਕੌਸ਼ਲ ਦਾ ਹੋਣਾ ਬਹੁਤ ਜ਼ਰੂਰੀ ਹੈ। ਯਾਨੀ ਬੱਚੇ ਦੇ ਅੰਦਰ ਜਿਹੜਾ ਸੁਣਨ ਕੌਸ਼ਲ ਹੈ ਜਿਹੜਾ ਉਸ ਦਾ ਹੋਣਾ ਜ਼ਰੂਰੀ ਹੈ। ਇਹਦੇ ਲਈ ਆਪਾਂ ਕੁਝ ਗੱਲਾਂ ਅੱਗੇ ਵੀ ਕਰਨੀਆਂ ਨੇ ਤਾਂ ਕਿ ਆਪਾਂ ਨੂੰ ਇਹ ਗੱਲਾਂ ਸਮਝ ਆ ਸਕਣ ਕਿ ਕਿਉਂ ਜ਼ਰੂਰੀ ਹੈ, ਕਿ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਇੱਕ ਟੀਚਰ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਬੱਚੇ ਦੇ ਸੁਣਨ ਕੌਸ਼ਲ ਵਿਕਸਿਤ ਕਰਨ ਦੇ ਲਈ। ਬੱਚਾ ਵਿੱਚ ਜਦੋਂ ਸੁਣਨ ਕੌਸ਼ਲ ਵਿਕਸਿਤ ਹੋਵੇਗਾ ਤਾਂ ਇਹ ਉਨੀ ਚੰਗੀ ਤਰ੍ਹਾਂ ਸਿੱਖਿਆ ਪ੍ਰਾਪਤ ਕਰ ਸਕੇਗਾ। ਯਾਨੀ ਜਿੰਨੇ ਵਧੀਆ ਤਰੀਕੇ ਨਾਲ ਉਹ ਬੱਚਾ ਸੁਣ ਸਕੇਗਾ ਉਨੀ ਵਧੀਆ ਤਰੀਕੇ ਨਾਲ ਉਹ ਆਪਣੀ ਸਿੱਖਿਆ ਹੈ ਜਿਹੜੀ ਉਹ ਗ੍ਰਹਿਣ ਕਰ ਸਕਦਾ ਹੈ। ਜੇ ਠੀਕ ਤਰੀਕੇ ਨਾਲ ਉਸਨੇ ਸੁਣਿਆ ਹੀ ਨਹੀਂ ਤਾਂ ਸਿੱਖਿਆ ਫਿਰ ਠੀਕ ਤਰੀਕੇ ਨਾਲ ਕਿਵੇਂ ਗ੍ਰਹਿਣ ਕਰ ਸਕਦਾ ਹੈ, ਕਿਵੇਂ ਹਾਸਲ ਕਰ ਸਕਦਾ ਹੈ। ਫਿਰ ਤੀਸਰਾ ਜਿਹੜਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਦੈਨਿਕ ਜੀਵਨ ਵਿੱਚ ਮਹੱਤਵ। ਇਹ ਤਾਂ ਆਪ ਸਭ ਨੂੰ ਪਤਾ ਹੀ ਹੋਏਗਾ ਕਿ ਰੋਜ਼ਾਨਾ ਦੇ ਆਪਣਾ ਜੋ ਕਾਰਜ ਕਰਦੇ ਹਾਂ, ਆਪਾਂ ਕੰਮ ਕਾਰ ਕਰਦੇ ਹਾਂ, ਉਸ ਦੇ ਅੰਦਰ ਵੀ ਆਪਣਾ ਸਿੱਖਿਆ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਦੈਨਿਕ ਜੀਵਨ ਵਿੱਚ ਵਧੇਰੇ ਕੰਮ ਸੁਣਨ ਕੌਸ਼ਲ ਉੱਪਰ ਹੀ ਨਿਰਭਰ ਕਰਦੇ ਹਨ। ਅਸੀਂ ਆਪਣੇ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਸੁਣਨ ਉੱਤੇ ਨਿਰਭਰ ਹਾਂ। ਯਾਨੀ ਜ਼ਿਆਦਾਤਰ ਆਪਾਂ ਜੋ ਕੰਮ ਕਰਦੇ ਹਾਂ ਉਹ ਸੁਣਨ ਦੇ ਉੱਪਰ ਹੀ ਆਧਾਰਿਤ ਹੁੰਦੇ ਨੇ। ਇਹ ਨਹੀਂ ਕਿ ਆਪਾਂ ਵਧੇਰੇ ਕੰਮ ਰਿਟਨ ਦੇ ਅੰਦਰ ਕਰਦੇ ਹਾਂ, ਲਿਖਤ ਦੇ ਅੰਦਰ ਕਰਦੇ ਹਾਂ। ਜ਼ਿਆਦਾਤਰ ਕੰਮ ਤਾਂ ਆਪਾਂ ਆਪਣੇ ਸੁਣਨ ਦੇ ਉੱਪਰ ਆਧਾਰਿਤ ਹੀ ਕਰਦੇ ਹਾਂ। ਗੱਲ ਸੁਣੀ ਅਤੇ ਆਪਾਂ ਉਸ 'ਤੇ ਜੋ ਵੀ ਜਵਾਬ ਨੇ ਉਹ ਦਿੱਤੇ ਜਾਂ ਜੋ ਵੀ ਕਾਰਜ ਹੈ ਉਹ ਕਰਿਆ। ਜੇਕਰ ਸੁਣਨ ਦੀ ਯੋਗਤਾ ਨਾ ਹੋਵੇ ਤਾਂ ਅਸੀਂ ਉਹਨਾਂ ਵਿਚਾਰਾਂ ਤੋਂ ਗ੍ਰਹਿਣ ਕਰਨ ਵਿੱਚ ਪਿਛੜ ਜਾਵਾਂਗੇ। ਯਾਨੀ ਜੇਕਰ ਆਪਣੇ ਅੰਦਰ ਇਹ ਸੁਣਨ ਦੀ ਯੋਗਤਾ ਨਾ ਹੋਵੇ, ਸੁਣਨ ਦੀ ਯੋਗਤਾ ਤੋਂ ਇੱਥੇ ਅਰਥ ਹੋਇਆ ਸਾਥੀਓ ਕਿ ਠੀਕ ਤਰੀਕੇ ਨਾਲ ਸੁਣਨਾ, ਜਿਹੜੀ ਕਿ ਸਮਝਣ ਦੇ ਲਈ ਕਾਰਗਰ ਹੁੰਦੀ ਹੈ, ਉਸ ਤੋਂ ਹੈ, ਅਤੇ ਫਿਰ ਹੀ ਆਪਾਂ ਉਸ ਦੇ ਚੰਗੇ ਰਿਸਪੌਂਸ ਦੇ ਸਕਦੇ ਹਾਂ। ਫਿਰ ਸਾਨੂੰ ਉਸ ਦੇ ਚੰਗੇ ਨਤੀਜੇ ਵੀ ਪ੍ਰਾਪਤ ਨਹੀਂ ਹੋ ਸਕਣਗੇ। ਜੇ ਆਪਾਂ ਕਿਸੇ ਦੇ ਵਿਚਾਰਾਂ ਨੂੰ ਠੀਕ ਸੁਣਿਆ ਨਹੀਂ ਹੈ ਤਾਂ ਉਹਨਾਂ ਨੂੰ ਗ੍ਰਹਿਣ ਨਹੀਂ ਕਰ ਸਕਦੇ, ਅਤੇ ਜੇ ਗ੍ਰਹਿਣ ਨਹੀਂ ਕਰ ਸਕਦੇ ਤਾਂ ਆਪਾਂ ਫਿਰ ਪਿਛੜ ਜਾਵਾਂਗੇ, ਅਤੇ ਜੇ ਪਿਛੜ ਗਏ ਤਾਂ ਫਿਰ ਆਪਣੇ ਨਤੀਜੇ ਨੇ ਜਿਹੜੇ ਆਪਣੇ ਰਿਜ਼ਲਟ ਨੇ ਉਹ ਪ੍ਰਭਾਵਿਤ ਹੋ ਜਾਣਗੇ। ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਆਪਣੇ ਫੇਵਰ ਦੇ ਅੰਦਰ ਨਹੀਂ ਆਉਣਗੇ। ਇਸ ਲਈ ਸੁਣਨ ਕੌਸ਼ਲ ਦਾ ਮਹੱਤਵ ਹੈ ਸਾਡੇ ਦੈਨਿਕ ਜੀਵਨ ਦੇ ਅੰਦਰ ਬਹੁਤ ਜ਼ਿਆਦਾ ਹੁੰਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਇੱਕ ਹੋਰ ਪੁਆਇੰਟ ਆ ਜਾਂਦਾ, ਉਹ ਆ ਜਾਂਦਾ ਹੈ ਵਾਦ ਵਿਵਾਦ ਸਮੇਂ ਸੁਣਨ ਕੌਸ਼ਲ ਦਾ ਮਹੱਤਵ। ਇਹ ਤਾਂ ਬਹੁਤ ਇੰਪੋਰਟੈਂਟ ਟੌਪਿਕ ਹੈ ਸਾਥੀਓ। ਵਾਦ ਵਿਵਾਦ ਦੇ ਅੰਦਰ ਤਾਂ ਸੁਣਨ ਕੌਸ਼ਲ ਦਾ ਸਭ ਤੋਂ ਜ਼ਰੂਰੀ ਮਹੱਤਵ ਅਸੀਂ ਕਹਿ ਸਕਦੇ ਹਾਂ, ਸਭ ਤੋਂ ਜ਼ਿਆਦਾ ਮਹੱਤਵ ਕਹਿ ਸਕਦੇ ਹਾਂ। ਕਿਉਂਕਿ ਵਾਦ ਵਿਵਾਦ ਜਿਹੜਾ ਹੁੰਦਾ ਹੈ, ਜਿਸ ਨੂੰ ਤੁਸੀਂ ਵੋਇਸ ਦੇ ਆਧਾਰ 'ਤੇ ਹੀ ਪ੍ਰਸ਼ਨਾਂ ਦੇ ਜਵਾਬ ਦੇਣੇ ਹੁੰਦੇ ਨੇ ਅਤੇ ਤੁਰੰਤ ਦੇਣੇ ਹੁੰਦੇ ਨੇ, ਤਾਂ ਉਹਦੇ ਅੰਦਰ ਤਾਂ ਸੁਣਨ ਕੌਸ਼ਲ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਕਿਉਂਕਿ ਜੇਕਰ ਕਿਸੇ ਦੀ ਜਿਹੜਾ ਸਾਡਾ ਵਿਰੋਧੀ ਧਿਰ ਹੁੰਦਾ ਹੈ ਉਸ ਦੇ ਪ੍ਰਸ਼ਨ ਨੂੰ ਠੀਕ ਤਰੀਕੇ ਨਾਲ ਅਸੀਂ ਸੁਣਿਆ ਹੀ ਨਹੀਂ, ਜਾਂ ਫਿਰ ਉਸ ਦੀ ਦਲੀਲ ਨੂੰ ਅਸੀਂ ਸੁਣਿਆ ਹੀ ਨਹੀਂ, ਤਾਂ ਉਸ ਦਲੀਲ ਨੂੰ ਕੱਟਾਂਗੇ ਕਿਵੇਂ। ਤਾਂ ਇਸ ਲਈ ਇਹ ਕੌਸ਼ਲ ਵਾਦ ਵਿਵਾਦ ਦੇ ਅੰਦਰ ਤਾਂ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਵਾਦ ਵਿਵਾਦ ਮੁਕਾਬਲਿਆਂ ਵਿੱਚ ਸੁਣਨ ਕੌਸ਼ਲ ਦਾ ਬਹੁਤ ਹੀ ਮਹੱਤਵ ਹੈ। ਜਿਹੜੇ ਵਿਅਕਤੀ ਧਿਆਨ ਨਾਲ ਸੁਣਨ ਕੌਸ਼ਲ ਤੋਂ ਅਸਮਰਥ ਹਨ, ਯਾਨੀ ਜ਼ਿਆਦਾਤਰ ਜਿਹੜੇ ਐਸੇ ਲੋਕ ਹੁੰਦੇ ਨੇ ਜਿਹੜੇ ਸੁਣਨ ਕੌਸ਼ਲ ਦੇ ਅੰਦਰ ਅਸਮਰਥ ਹੁੰਦੇ ਨੇ। ਕੁਝ ਕਾਰਨ ਹੋ ਰਹਿ ਜਾਂਦੇ ਨੇ ਸਾਥੀਓ, ਜਿਵੇਂ ਕਿ ਆਪ ਨੂੰ ਪਤਾ ਹੋਏਗਾ ਕਿ ਬੱਚੇ ਦੇ ਸੁਣਨ ਕੌਸ਼ਲ ਦੇ ਅੰਦਰ ਕੋਈ ਦਿੱਕਤ ਹੋ ਸਕਦੀ ਹੈ, ਉਹ ਕਿਸੇ ਬਿਮਾਰੀ ਤੋਂ ਪੀੜਤ ਹੋ ਸਕਦਾ ਹੈ। ਤਾਂ ਇਹੋ ਜਿਹੇ ਕੁਝ ਕਾਰਨ ਹੁੰਦੇ ਨੇ ਜਿਸ ਦੇ ਕਾਰਨ ਬੱਚੇ ਕਈ ਵਾਰ ਸੁਣਨ ਜਿਹੜਾ ਕੌਸ਼ਲ ਹੈ ਉਹਨਾਂ ਦੇ ਅੰਦਰ ਉਹ ਪੂਰਾ ਪਰਿਪੱਕ ਨਹੀਂ ਹੁੰਦਾ। ਤਾਂ ਉਸ ਦੇ ਬਾਰੇ ਇਹ ਗੱਲਬਾਤ ਕੀਤੀ ਜਾ ਰਹੀ ਹੈ। ਜਿਹੜੇ ਵਿਅਕਤੀ ਧਿਆਨ ਨਾਲ ਸੁਣਨ ਕੌਸ਼ਲ ਦੇ ਤੋਂ ਅਸਮਰਥ ਹੁੰਦੇ ਨੇ ਉਹ ਵਾਦ ਵਿਵਾਦ ਦੇ ਮੁਕਾਬਲਿਆਂ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਜਿਹੜੇ ਲੋਕ ਹੁੰਦੇ ਨੇ ਜਿਹੜੇ ਕਿਸੇ ਨੇ ਕੋਈ ਗੱਲ ਠੀਕ ਤਰੀਕੇ ਨਾਲ ਨਹੀਂ ਸੁਣੀ ਤਾਂ ਉਹ ਵਾਦ ਵਿਵਾਦ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਉਹਨਾਂ ਦੇ ਅੰਦਰ ਕਾਮਯਾਬ ਨਹੀਂ ਹੋ ਸਕਦੇ। ਇਸ ਦੀ ਸਫਲਤਾ ਲਈ ਸੁਣਨ ਕੌਸ਼ਲ ਦਾ ਚੰਗਾ ਹੋਣਾ ਜ਼ਰੂਰੀ ਹੈ। ਇਹ ਤਾਂ ਆਪ ਨੂੰ ਪਤਾ ਹੀ ਹੋਏਗਾ ਕਿ ਆਪਾਂ ਜੇਕਰ ਵਾਦ ਵਿਵਾਦ ਦੇ ਮੁਕਾਬਲੇ ਨੂੰ ਜਿੱਤਣਾ ਹੈ ਤਾਂ ਆਪਣੇ ਅੰਦਰ ਸੁਣਨ ਕੌਸ਼ਲ ਦੀ ਸਮਰੱਥਾ ਵਧੇਰੇ ਹੋਣੀ ਚਾਹੀਦੀ ਹੈ। ਅਤੇ ਇੱਥੇ ਮੈਂ ਦੱਸਣਾ ਚਾਹਾਂਗਾ ਇੱਕ ਗੱਲ, ਪ੍ਰਸ਼ਨ ਇਹਨਾਂ ਪੁਆਇੰਟਾਂ ਦੇ ਅੰਦਰੋਂ ਹੀ ਪੁੱਛੇ ਜਾਂਦੇ ਨੇ। ਜ਼ਿਆਦਾਤਰ ਇਸ ਤਰੀਕੇ ਦੇ ਪੁਆਇੰਟ ਚੱਕਦਾ ਹੈ, ਪੇਪਰ ਦੇ ਅੰਦਰ ਚੱਕੇ ਜਾਂਦੇ ਨੇ ਕਿ ਉਹ ਕਿਹੜਾ ਕੌਸ਼ਲ ਹੈ ਜਿਹੜਾ ਵਾਦ ਵਿਵਾਦ ਦੇ ਮੁਕਾਬਲੇ ਲਈ ਲਾਹੇਵੰਦ ਹੈ, ਤਾਂ ਫਿਰ ਉਹਦੇ ਅੰਦਰ ਵਾਦ ਵਿਵਾਦ ਦਾ ਮਹੱਤਵ ਆ ਜਾਏਗਾ, ਜਾਂ ਹੋਰ 2-3 ਪੁਆਇੰਟ ਦੇ ਦੇਗਾ ਜਿਹੜੇ ਇਸ ਦੇ ਹਿੱਸੇ ਨਹੀਂ ਹੋਣਗੇ
ਤਾਂ ਇਹਦੇ ਲਈ ਸੁਣਨ ਕੌਸ਼ਲ ਜ਼ਰੂਰੀ ਹੋ ਜਾਂਦਾ ਹੈ। ਤਾਂ ਇੱਦਾਂ ਦੇ ਪੁਆਇੰਟ ਨੇ ਜਿਹੜੇ ਇਹਨਾਂ ਦੇ ਅੰਦਰੋਂ ਪ੍ਰਸ਼ਨ ਹੀ ਤੁਹਾਨੂੰ ਪੁੱਛੇ ਜਾਣੇ ਨੇ। ਇਸ ਤੋਂ ਬਾਹਰ ਸਿਲੇਬਸ ਤੋਂ ਬਾਹਰ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਇਹਨਾਂ ਪੁਆਇੰਟਾਂ ਨੂੰ ਸਮਝਿਆ ਜਾਏ। ਪੁਆਇੰਟਾਂ ਦੇ ਆਧਾਰਿਤ ਹੀ ਜੋ ਸਿਲੇਬਸ ਦੇ ਅੰਦਰ ਦਿੱਤੇ ਗਏ ਨੇ ਉਸੇ ਦੇ ਅਕੋਰਡਿੰਗ ਹੀ ਆਪਣੀ ਤਿਆਰੀ ਕੀਤੀ ਜਾਏ। ਚੰਗੀ ਤਰ੍ਹਾਂ ਸੁਣ ਸਮਝ ਕੇ ਹੀ ਦੂਜਿਆਂ ਦੇ ਵਿਚਾਰਾਂ ਨੂੰ ਤਰਕ ਨਾਲ ਉੱਤਰ ਸਹਿਤ ਮੋੜਿਆ ਜਾ ਸਕਦਾ ਹੈ। ਜੇ ਆਪਾਂ ਚੰਗੇ ਤਰੀਕੇ ਨਾਲ ਗੱਲ ਸੁਣ ਲਈ ਤਾਂ ਫਿਰ ਉਹਨੂੰ ਸਮਝ ਕੇ ਆਪਾਂ ਉਹਨੂੰ ਤਰਕ ਸਹਿਤ ਦਲੀਲ ਸਹਿਤ ਆਪਾਂ ਜਵਾਬ ਦੇ ਸਕਦੇ ਹਾਂ। ਜੇਕਰ ਆਪਾਂ ਸੁਣਿਆ ਹੀ ਠੀਕ ਨਹੀਂ ਹੈ ਤਾਂ ਜਵਾਬ ਠੀਕ ਕਿਵੇਂ ਦੇਵਾਂਗੇ। ਫਿਰ ਉਹ ਕਹੇਗਾ ਜੀ ਮੈਂ ਤਾਂ ਇਹ ਗੱਲ ਕਹੀ ਨਹੀਂ ਸੀ, ਮੈਂ ਤਾਂ ਇਹ ਮੇਰਾ ਮਤਲਬ ਤਾਂ ਇਹ ਸੀ। ਫਿਰ ਉਹ ਸਮਝਾਏਗਾ, ਅਸੀਂ ਉਸ ਵੇਲੇ ਪਿਛੜ ਜਾਵਾਂਗੇ, ਅਸੀਂ ਮੁਕਾਬਲੇ ਦੇ ਅੰਦਰ ਪਿੱਛੇ ਹੋ ਜਾਵਾਂਗੇ। ਇਸ ਲਈ ਵਾਦ ਵਿਵਾਦ ਦੇ ਅੰਦਰ ਤਾਂ ਸੁਣਨ ਕੌਸ਼ਲ ਦਾ ਬਹੁਤ ਜ਼ਿਆਦਾ ਮਹੱਤਵ ਹੋ ਜਾਂਦਾ ਹੈ। ਫਿਰ ਇੱਕ ਹੋਰ ਪੁਆਇੰਟ ਆ ਜਾਂਦਾ ਹੈ ਇਕਾਗਰਤਾ ਵਿੱਚ ਮਹੱਤਵ। ਇਹ ਬਹੁਤ ਜ਼ਰੂਰੀ ਹੈ ਸਾਥੀਓ। ਦਿਮਾਗ ਦਾ ਇਕਾਗਰ ਹੋਣਾ ਬਹੁਤ ਜ਼ਰੂਰੀ ਹੁੰਦਾ। ਇਹ ਤਾਂ ਆਪ ਸਭ ਨੂੰ ਪਤਾ ਹੋਏਗਾ ਕਿ ਜੇਕਰ ਸਾਡਾ ਧਿਆਨ ਹੈ ਉਸੇ ਦੇ ਉੱਪਰ ਹੀ ਬਣਿਆ ਹੋਇਆ ਫਿਰ ਤਾਂ ਅਸੀਂ ਉਸ ਕਾਰਜ ਦੇ ਅੰਦਰ ਵਧੇਰੇ ਕਾਰਜਸ਼ੀਲ ਹੋ ਜਾਂਦੇ ਹਾਂ। ਜੇਕਰ ਧਿਆਨ ਨਹੀਂ ਬਣਿਆ ਹੋਇਆ ਤਾਂ ਫਿਰ ਅਸੀਂ ਉਸ ਕਾਰਜ ਤੋਂ ਪਿਛੜ ਜਾਂਦੇ ਹਾਂ। ਜੇਕਰ ਸਾਡਾ ਦਿਮਾਗ ਇਕਾਗਰਤਾ ਨਹੀਂ ਰੱਖਦਾ ਤਾਂ ਅਸੀਂ ਚੰਗੀ ਤਰ੍ਹਾਂ ਵਿਕਾਸ ਨਹੀਂ ਕਰ ਸਕਦੇ। ਮਾਨਸਿਕ ਇਕਾਗਰਤਾ ਲਈ ਸੁਣਨ ਕੌਸ਼ਲ ਬਹੁਤ ਹੀ ਮਹੱਤਵ ਰੱਖਦਾ ਹੈ। ਚੰਗੀ ਤਰ੍ਹਾਂ ਸੁਣ ਕੇ ਮਾਨਸਿਕ ਇਕਾਗਰਤਾ ਪੈਦਾ ਕੀਤੀ ਜਾ ਸਕਦੀ ਹੈ। ਬੱਚਾ ਸੁਣਨ ਕੌਸ਼ਲ ਰਾਹੀਂ ਜਾਗਰੂਕ ਬਣਦਾ ਹੈ। ਇਸ ਨਾਲ ਉਸ ਦੀਆਂ ਇੰਦਰੀਆਂ ਤੇਜ਼ ਚੁਸਤ ਹੋ ਜਾਂਦੀਆਂ ਨੇ। ਫਿਰ ਜਿਨ੍ਹਾਂ ਦੀ ਵਰਤੋਂ ਉਹ ਕੁਸ਼ਲਤਾ ਨਾਲ ਨਿਭਾਉਂਦਾ ਹੈ। ਯਾਨੀ ਕੀ ਹੁੰਦਾ ਸਾਥੀਓ ਕਿ ਜੇਕਰ ਅਸੀਂ ਚੰਗੀ ਤਰ੍ਹਾਂ ਸੁਣ ਕੇ ਤੇ ਇੱਕ ਮਾਨਸਿਕ ਇਕਾਗਰਤਾ ਪੈਦਾ ਕਰ ਲਈ, ਯਾਨੀ ਦਿਮਾਗ ਨੂੰ ਇੱਕ ਜਗ੍ਹਾ, ਜਿਸ ਨੂੰ ਕੌਨਸੈਂਟਰੇਟ ਆਪਾਂ ਕਹਿ ਦਿੰਦੇ ਹਾਂ, ਇੱਕ ਜਗ੍ਹਾ ਆਪਾਂ ਕੇਂਦਰਿਤ ਕਰ ਲਿਆ ਤਾਂ ਫਿਰ ਉਹਦੇ ਨਾਲ ਇਹ ਹੋਏਗਾ ਕਿ ਬੱਚਾ ਇੱਕ ਜਾਗਰੂਕ ਹੋ ਜਾਏਗਾ। ਜਾਗਰੂਕ ਕਿਵੇਂ ਹੋ ਜਾਏਗਾ ਕਿ ਉਹਦੀਆਂ ਜਿਹੜੀਆਂ ਇੰਦਰੀਆਂ ਨੇ ਉਹ ਤੇਜ਼ ਹੋ ਜਾਣੀਆਂ, ਚੁਸਤ ਹੋ ਜਾਣੀਆਂ ਤੇ ਫਿਰ ਉਹ ਬੜੇ ਵਧੀਆ ਤਰੀਕੇ ਨਾਲ ਰਿਸਪੌਂਸ ਦੇਗਾ, ਯਾਨੀ ਉਹ ਜਵਾਬ ਦੇਗਾ। ਤਾਂ ਇਸ ਲਈ ਇਹ ਗੱਲਾਂ ਜ਼ਰੂਰੀ ਹੋ ਜਾਂਦੀਆਂ ਕਿ ਇਕਾਗਰਤਾ ਦਾ ਵੀ ਸੁਣਨ ਕੌਸ਼ਲ ਦੇ ਅੰਦਰ ਇੱਕ ਮਹੱਤਵ ਹੈ। ਤੇ ਇਹਨਾਂ ਤੋਂ ਰਿਲੇਟਡ ਹੀ ਆਪ ਨੂੰ ਪ੍ਰਸ਼ਨ ਪੁੱਛੇ ਜਾਣ ਵਾਲੇ ਨੇ, ਇਸ ਤੋਂ ਬਾਹਰ ਨਹੀਂ ਜਾਣਗੇ। ਇਹਨਾਂ ਪੁਆਇੰਟਾਂ ਨੂੰ ਆਧਾਰ ਬਣਾ ਕੇ ਪ੍ਰਸ਼ਨ ਪੁੱਛਿਆ ਜਾਏਗਾ। ਸਿੱਧਾ ਪ੍ਰਸ਼ਨ ਆਉਣ ਦੀ ਮੈਂ ਕੋਈ ਵੀ ਆਸ ਨਹੀਂ ਰੱਖਦਾ। ਇਹਨਾਂ ਪੁਆਇੰਟਾਂ ਦੇ ਅੰਦਰੋਂ ਹੀ ਪ੍ਰਸ਼ਨ ਪੁੱਛਿਆ ਜਾਏਗਾ। ਇਸ ਲਈ ਤੁਹਾਨੂੰ ਇਹ ਗੱਲਾਂ ਸਮਝ ਆਉਣੀਆਂ ਜ਼ਰੂਰੀ ਹੈ। ਜੇਕਰ ਸਮਝ ਆ ਗਈਆਂ ਤਾਂ ਤੁਸੀਂ ਬੜੇ ਨੋਰਮਲ ਤਰੀਕੇ ਨਾਲ ਉਸ ਨੂੰ ਸਮਝ ਕੇ ਵੀ ਇਸ ਕੰਡੀਸ਼ਨ ਦੇ ਅੰਦਰ ਆਪਾਂ ਨੂੰ ਕੀ ਕਰਨਾ ਚਾਹੀਦਾ, ਤੁਸੀਂ ਬਹੁਤ ਹੀ ਈਜ਼ੀਲੀ ਉੱਤਰ ਦੇ ਦਿਓਗੇ। ਤੇ ਜੇਕਰ ਰੱਟੇ ਲਗਾਉਣ ਦੇ ਅੰਦਰ ਪੈ ਗਏ ਤਾਂ ਹੋ ਸਕਦਾ ਇੱਕ ਪੁਆਇੰਟ ਦੂਸਰੇ ਦੇ ਅੰਦਰ ਮਿਲ ਜਾਏ ਤੇ ਫਿਰ ਤੁਸੀਂ ਕਨਫਿਊਜ਼ ਹੋ ਜਾਓ। ਇਸ ਲਈ ਮੈਂ ਬਾਰ-ਬਾਰ ਕਹਿਣਾ ਹਾਂ ਕਿ ਪੁਆਇੰਟ ਨੂੰ ਸਮਝਿਆ ਜਾਏ, ਨਾ ਕਿ ਰੱਟਾ ਲਗਾਇਆ ਜਾਏ। ਉਸ ਕੰਡੀਸ਼ਨ ਨੂੰ ਸਮਝਿਆ ਜਾਏ ਤੇ ਹਰ ਵੇਲੇ ਕੰਡੀਸ਼ਨ ਇਹੀ ਦਿਮਾਗ ਦੇ ਅੰਦਰ ਰੱਖਣਾ ਕਿ ਤੁਸੀਂ ਇੱਕ ਟੀਚਰ ਹੋ ਤੇ ਬੱਚੇ ਨੂੰ ਪੜ੍ਹਾਉਣਾ ਹੈ। ਉਹਦੇ ਲਈ ਕਿਹੜੀਆਂ ਚੁਣੌਤੀਆਂ ਨੇ, ਕਿਹੜੇ ਉਹ ਹਾਲਾਤ ਨੇ, ਕਿੱਦਾਂ ਦਾ ਵਾਤਾਵਰਨ ਬਣਾਉਣਾ ਹੈ ਤੇ ਬੱਚੇ ਲਈ ਕਿਹੜੀਆਂ ਗੱਲਾਂ ਜ਼ਰੂਰੀ ਨੇ। ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹੀ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਨੇ। ਹੁਣ ਆਪਣੇ ਕੋਲ ਪੁਆਇੰਟ ਆ ਗਿਆ ਸੁਣਨ ਕੌਸ਼ਲ ਲਈ ਜ਼ਰੂਰੀ ਸ਼ਰਤਾਂ, ਯਾਨੀ ਉਹ ਕਿਹੜੀਆਂ ਗੱਲਾਂ ਜ਼ਰੂਰੀ ਨੇ ਜਿਹੜੀਆਂ ਸੁਣਨ ਕੌਸ਼ਲ ਦੇ ਲਈ ਲਾਹੇਵੰਦ ਹੁੰਦੀਆਂ ਨੇ, ਜਿਹੜੀਆਂ ਆਪਾਂ ਨੂੰ ਵਧੇਰੇ ਇੱਕ ਐਕਟਿਵ ਬਣਾ ਸਕਦੀਆਂ ਨੇ। ਤਾਂ ਉਸ ਦੇ ਅੰਦਰ ਪਹਿਲਾ ਪੁਆਇੰਟ ਆ ਜਾਂਦਾ ਆਪਣੇ ਕੋਲ ਸੁਣਨਾ ਤੇ ਸਮਝਣਾ। ਇਹ ਬਹੁਤ ਹੀ ਜ਼ਰੂਰੀ ਹੈ ਸਾਥੀਓ, ਸੁਣਨਾ ਤੇ ਸਮਝਣਾ। ਸੁਣਨਾ ਤੁਸੀਂ ਸਮਝ ਰਹੇ ਹੋਗੇ ਕਿ ਆਪਾਂ ਆਪਣੇ ਕੰਨਾਂ ਨੇ ਕਿਸੇ ਦੀ ਧੁਨੀ ਨੂੰ ਗ੍ਰਹਿਣ ਕੀਤਾ ਹੈ, ਪਰ ਸੁਣ ਕੇ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ। ਜਦੋਂ ਕੰਨਾਂ ਦਾ ਕੰਮ ਹੈ ਸੁਣਨਾ, ਆਪਾਂ ਨੂੰ ਪਤਾ ਚੱਲ ਗਿਆ ਕੀ ਆਵਾਜ਼ ਆਈ ਹੈ, ਪਰ ਉਸ ਨੂੰ ਫਿਰ ਆਪਾਂ ਇਸ ਨੂੰ ਰਿਵਿਊ ਦੇ ਅੰਦਰ ਪਾ ਕੇ ਕਹਿ ਸਕਦੇ ਹਾਂ ਕਿ ਉਸ ਨੂੰ ਆਪਾਂ ਧਿਆਨ ਦਿੱਤਾ ਕਿ ਹੁਣ ਇਹਦਾ ਰਿਸਪੌਂਸ ਕੀ ਹੋਏਗਾ। ਸੁਣਨ ਕੌਸ਼ਲ ਲਈ ਸੁਣਨਾ ਤੇ ਸਮਝਣਾ ਜ਼ਰੂਰੀ ਹੈ। ਪ੍ਰਭਾਵਸ਼ਾਲੀ ਸੁਣ ਲਈ ਇਹ ਗੱਲ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਕੁਝ ਸੁਣਿਆ ਗਿਆ ਹੈ ਉਸ ਨੂੰ ਅਰਥਪੂਰਨ ਸਮਝਿਆ ਜਾਏ। ਹੁਣ ਅਰਥਪੂਰਨ ਸਮਝਿਆ ਜਾਏ ਯਾਨੀ ਉਹਨੂੰ ਆਪਾਂ ਕਿਵੇਂ ਜਵਾਬ ਦੇਣਾ ਹੈ, ਕੀ ਬਿਹੇਵ ਕਰਨਾ ਹੈ, ਉਹਦੇ ਪ੍ਰਤੀ ਉੱਤਰ ਕੀ ਨੇ, ਇਹ ਸਾਰੀਆਂ ਗੱਲਾਂ ਨੂੰ ਹੀ ਆਪਾਂ ਅਰਥਪੂਰਨ ਕਹਿੰਦੇ ਹਾਂ। ਜਿਹੜਾ ਬੱਚਾ ਬੋਲੀ ਗਈ ਗੱਲ ਠੀਕ ਢੰਗ ਨਾਲ ਸੁਣੇਗਾ ਤਾਂ ਹੀ ਉਹ ਸਮਝ ਸਕੇਗਾ। ਯਾਨੀ ਜਿਹੜਾ ਬੱਚਾ ਅਕਸਰ ਇਹ ਹੁੰਦਾ ਹੈ ਕਿ ਕਿਸੇ ਦੀ ਕਹੀ ਗਈ ਗੱਲ ਨੂੰ ਠੀਕ ਤਰੀਕੇ ਨਾਲ ਸੁਣੇਗਾ ਨਹੀਂ ਤਾਂ ਉਹ ਫਿਰ ਉਹਦੇ ਰਿਸਪੌਂਸ ਵੀ ਠੀਕ ਨਹੀਂ ਦੇ ਸਕੇਗਾ, ਉਹ ਸਮਝ ਵੀ ਨਹੀਂ ਸਕੇਗਾ। ਜੇਕਰ ਕਿਸੇ ਦੀ ਕਹੀ ਗਈ ਗੱਲ ਨੂੰ ਠੀਕ ਤਰੀਕੇ ਨਾਲ ਸੁਣ ਲੈਂਦਾ ਹੈ
ਤਾਂ ਉਹ ਫਿਰ ਸਮਝਣ ਦਾ ਕੰਮ ਕਰੇਗਾ। ਬੱਚਾ ਸੁਣਨ ਅਤੇ ਸਮਝਣ ਤੋਂ ਬਾਅਦ ਹੀ ਆਪਣੇ ਵਿਚਾਰਾਂ ਨੂੰ ਪ੍ਰਗਟਾ ਕਰ ਸਕੇਗਾ। ਇਹ ਤਾਂ ਆਪ ਨੂੰ ਪਤਾ ਹੀ ਹੋਏਗਾ, ਜਦੋਂ ਸੁਣ ਕੇ ਉਸਨੇ ਸਮਝ ਲਏ ਤਾਂ ਫਿਰ ਹੀ ਉਹ ਆਪਣੇ ਵਿਚਾਰ ਉਹ ਦੂਜਿਆਂ ਦੇ ਸਾਹਮਣੇ ਰੱਖੇਗਾ ਕਿ ਬਈ ਮੈਨੂੰ ਤਾਂ ਇਸ ਦਾ ਉੱਤਰ ਇਹ ਲੱਗਿਆ ਸੀ, ਮੈਨੂੰ ਤਾਂ ਇਸ ਦੇ ਪ੍ਰਤੀ ਇਹ ਭਰਮ ਸੀ ਜੋ ਦੂਰ ਹੋ ਗਿਆ, ਇਹ ਤੁਸੀਂ ਗੱਲ ਠੀਕ ਕਹੀ ਹੈ ਜਾਂ ਫਿਰ ਇਹ ਤੁਹਾਡੀ ਗੱਲ ਠੀਕ ਨਹੀਂ ਹੈ, ਇਸ ਦਾ ਉੱਤਰ ਤਾਂ ਇਹ ਹੋਣਾ ਚਾਹੀਦਾ। ਉਹ ਪਹਿਲਾਂ ਸੁਣੇਗਾ, ਸੁਣ ਕੇ ਸਮਝੇਗਾ, ਸਮਝ ਕੇ ਉਹ ਆਪਣੇ ਵਿਚਾਰ ਰੱਖੇਗਾ। ਇਸ ਲੜੀ ਦੇ ਅੰਦਰ ਬੱਚਾ ਐਕਟੀਵਿਟੀ ਕਰੇਗਾ। ਫਿਰ ਦੂਸਰਾ ਪੁਆਇੰਟ ਆ ਜਾਂਦਾ ਹੈ ਆਪਣੇ ਕੋਲ, ਜਿਹੜੀਆਂ ਜ਼ਰੂਰੀ ਗੱਲਾਂ ਹੈ ਸੁਣਨ ਕੌਸ਼ਲ ਦੀਆਂ, ਉਸ ਦੇ ਅੰਦਰ ਆ ਜਾਂਦਾ ਵਿਸ਼ੇ ਦੀ ਸਪਸ਼ਟਤਾ। ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜੋ ਕੁਝ ਵੀ ਸੁਣਿਆ ਜਾ ਰਿਹਾ ਹੈ ਉਹ ਸਰਲ, ਸੰਖੇਪ, ਸਪਸ਼ਟਤਾ ਵਾਲਾ ਹੋਵੇ। ਇਹ ਤਾਂ ਮਤਲਬ ਤੁਸੀਂ ਸਮਝਦੇ ਹੀ ਹੋਵੋਗੇ। ਸਰਲ ਯਾਨੀ ਸੌਖੇ ਤਰੀਕੇ ਨਾਲ, ਸੰਖੇਪ ਯਾਨੀ ਇਹ ਨਾ ਹੋਵੇ ਕਿ ਬਹੁਤ ਲੰਬੀ ਚੌੜੀ ਗੱਲ ਹੈ, ਸਪਸ਼ਟ ਯਾਨੀ ਸਾਫ਼ ਹੋਵੇ, ਜਿਹੜੀ ਕਲੀਅਰਲੀ ਉਸ ਨੂੰ ਸਮਝ ਆ ਜਾਏ। ਸਰਲ, ਸੰਖੇਪ, ਸਪਸ਼ਟ ਹੋਣ ਕਾਰਨ ਹੀ ਜਿਗਿਆਸਾ ਬਣੀ ਰਹਿ ਸਕਦੀ ਹੈ। ਯਾਨੀ ਜਿਗਿਆਸਾ ਬਹੁਤ ਜ਼ਰੂਰੀ ਹੈ ਸਾਥੀਓ। ਜਿਗਿਆਸਾ ਕਿਵੇਂ ਬਣੀ ਰਹਿ ਸਕਦੀ ਹੈ? ਜੇਕਰ ਸਰਲ ਹੈ, ਸੰਖੇਪ ਹੈ ਅਤੇ ਸਪਸ਼ਟ ਹੈ। ਜੇਕਰ ਉਹ ਨੀਰਸ ਹੋ ਜਾਏਗੀ, ਬਹੁਤ ਲੰਬੀ ਚੌੜੀ ਗੱਲ ਹੋਏਗੀ, ਅਸਪਸ਼ਟ ਹੋਏਗੀ, ਤਾਂ ਫਿਰ ਉਸ ਕੰਡੀਸ਼ਨ ਦੇ ਅੰਦਰ ਜਿਗਿਆਸਾ ਨਹੀਂ। ਉੱਥੋਂ ਬੱਚੇ ਅਕਾਊਪਣ ਮਹਿਸੂਸ ਕਰਦੇ ਨੇ, ਉਹ ਨੀਰਸ ਹੋ ਜਾਂਦੇ ਨੇ, ਉਹ ਥਕੇਵਾਂ ਮੰਨਣ ਲੱਗ ਜਾਂਦੇ ਨੇ, ਉਹਨਾਂ ਦਾ ਦਿਮਾਗ ਭਟਕਣ ਲੱਗ ਜਾਂਦਾ ਹੈ। ਫਿਰ ਦਿਮਾਗ ਦੀ ਇਕਾਗਰਤਾ ਵੀ ਨਹੀਂ ਬਣਦੀ। ਉਹ ਉਹਨਾਂ ਪੁਆਇੰਟਾਂ ਦੇ ਕਾਰਨ ਹੈ ਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਬਹੁਤ ਲੰਬੀ ਚੌੜੀ ਹੈ, ਉਹ ਅਸਪਸ਼ਟ ਹੈ, ਉਹ ਔਖੀ ਹੈ। ਫਿਰ ਉਸ ਤੋਂ ਅਕਾਊਪਣ ਵੀ ਮਹਿਸੂਸ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਗੱਲ ਸਰਲ ਹੈ, ਸੰਖੇਪ ਹੈ ਅਤੇ ਸਪਸ਼ਟ ਹੈ। ਇੱਦਾਂ ਦੇ ਪੁਆਇੰਟ ਆਪ ਨੂੰ ਪੁੱਛੇ ਜਾਣ ਵਾਲੇ ਨੇ। ਕਿਹੜੀਆਂ ਗੱਲਾਂ ਵਿਸ਼ੇ ਦੀ ਸਪਸ਼ਟਤਾ ਲਈ ਜ਼ਰੂਰੀ ਹੁੰਦੀਆਂ ਨੇ? ਉੱਥੇ ਲਿਖੇਗਾ ਔਖੀ, ਬਹੁਤ ਲੰਬੀ, ਅਸਪਸ਼ਟ। ਦੂਜੇ ਵਿਕਲਪ ਦੇ ਅੰਦਰ ਦੇ ਦੇਗਾ ਸਰਲ, ਸੰਖੇਪ, ਸਪਸ਼ਟ। ਤਾਂ ਤੁਹਾਨੂੰ ਉਸ ਦੇ ਅੰਦਰੋਂ ਹੀ ਉੱਤਰ ਦੇਣੇ ਹੋਣਗੇ। ਕੋਈ ਕਨਫਿਊਜ਼ਿੰਗ ਵਾਲੀ ਗੱਲ ਨਹੀਂ ਹੋਏਗੀ, ਪਰ ਜ਼ਰੂਰੀ ਹੋਏਗਾ ਪੁਆਇੰਟ ਨੂੰ ਸਮਝਣਾ। ਇਸੇ ਲਈ ਵਿਸ਼ੇ ਦੀ ਸਪਸ਼ਟਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਤਾਂ ਇਹ ਸੀ ਗੱਲਬਾਤ ਵਿਸ਼ੇ ਦੀ ਸਪਸ਼ਟਤਾ ਦੇ ਬਾਰੇ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਪੁਆਇੰਟ ਆ ਜਾਂਦਾ ਸਾਥੀਓ, ਉਹ ਆ ਜਾਂਦਾ ਰੋਚਕ ਸਮੱਗਰੀ। ਰੋਚਕ ਸਮੱਗਰੀ ਤਾਂ ਤੁਸੀਂ ਸਮਝਦੇ ਹੀ ਹੋਵੋਗੇ। ਇਹੋ ਜਿਹੀ ਜੋ ਸਾਡੇ ਪੜ੍ਹਾਈ ਦੇ ਅੰਦਰ, ਜਿਸ ਨੂੰ ਅਸੀਂ ਸਿੱਖਿਆ ਕਹਿ ਦਿੰਦੇ ਹਾਂ, ਸਿੱਖਿਆ ਦੇ ਅੰਦਰ ਉਹ ਅਸੀਂ ਜ਼ਰੂਰੀ ਸਾਧਨ ਨੇ ਜਿਹੜੇ ਵਰਤਣੇ ਨੇ, ਕਿਤਾਬਾਂ ਜਾਂ ਫਿਰ ਹੋਰ ਸਹਾਇਕ ਸਮੱਗਰੀ ਹੈ ਜਿਹੜੀ ਵਰਤਣੀ ਹੈ, ਜਿਹੜੀ ਰੋਚਕ ਹੋਵੇ, ਜਿਹੜੇ ਬੱਚੇ ਨੂੰ ਆਕਰਸ਼ਿਤ ਕਰੇ। ਇਹ ਨਾ ਹੋਵੇ ਕਿ ਬੱਚਾ ਉਸ ਦੇ ਨਾਲ ਬੋਰ ਹੋ ਜਾਏ। ਬੌਧਿਕ ਸਾਮਗਰੀ ਉਤਸੁਕਤਾ ਨੂੰ ਕਾਇਮ ਰੱਖ ਸਕਦੀ ਹੈ। ਬੱਚੇ ਇਕਾਊਪਣ ਮਹਿਸੂਸ ਨਾ ਕਰਨ, ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਯਾਨੀ ਬੱਚਿਆਂ ਨੂੰ ਇਕਾਊਪਣ ਤੋਂ ਮੁਕਤ ਕਰਨ ਦੇ ਲਈ ਟੀਚਰ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਅਤੇ ਇਸ ਲਈ ਟੀਚਰ ਨੂੰ ਕੀ ਕਰਨਾ ਚਾਹੀਦਾ ਹੈ? ਟੀਚਰ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸਾਹਮਣੇ ਕਹਾਣੀਆਂ, ਚੁਟਕਲੇ, ਹਾਸ ਰਸ, ਇਸ ਨਾਲ ਸੰਬੰਧਿਤ ਵਿਸ਼ੇ ਬੱਚਿਆਂ ਲਈ ਪੇਸ਼ ਕਰੇ। ਕਿਉਂਕਿ ਇਹ ਐਸੇ ਵਿਸ਼ੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਬੱਚੇ ਵਧੇਰੇ ਇਕਾਗਰ ਹੋ ਕੇ ਸੁਣਦੇ ਨੇ, ਉਤਸੁਕ ਹੋਏ ਰਹਿੰਦੇ ਨੇ, ਜਿਗਿਆਸਾ ਉਹਨਾਂ ਦੀ ਬਣੀ ਰਹਿੰਦੀ ਹੈ। ਕਹਾਣੀਆਂ ਸੁਣਾਵਾਂਗੇ ਤਾਂ ਬੱਚੇ ਕਹਾਣੀਆਂ ਲਗਾਤਾਰ ਸੁਣਦੇ ਰਹਿਣਗੇ। ਉਹਨਾਂ ਦੇ ਦਿਮਾਗ ਦੇ ਅੰਦਰ ਘੁੰਮੇਗਾ, ਹਾਂ ਵੀ ਇਸ ਤੋਂ ਬਾਅਦ 'ਚ ਕੀ ਹੋਇਆ, ਜੇਕਰ ਉਹ ਇੱਦਾਂ ਨਾ ਕਰਦੇ ਤਾਂ ਕੀ ਹੋ ਜਾਂਦਾ। ਕਹਾਣੀਆਂ ਦੇ ਪਾਤਰਾਂ ਦੇ ਅੰਦਰ ਘਟਨਾਕ੍ਰਮ ਹੁੰਦੇ ਨੇ ਜਿਹੜੇ, ਉਹਨਾਂ ਦੇ ਪ੍ਰਤੀ ਬੱਚਿਆਂ ਦੀ ਉਤਸੁਕਤਾ ਬਣੀ ਰਹਿੰਦੀ ਹੈ। ਇਹੀ ਗੱਲ ਚੁਟਕਲਿਆਂ ਦੇ ਅੰਦਰ ਵੀ ਹੁੰਦੀ ਹੈ, ਹਾਸ ਰਸ ਦੇ ਅੰਦਰ ਵੀ ਹੁੰਦੀ ਹੈ। ਇਸ ਲਈ ਇਹ ਟੀਚਰ ਦਾ ਕਰਤੱਵ ਬਣਦਾ ਹੈ ਕਿ ਬੱਚਿਆਂ ਨੂੰ ਜਿਗਿਆਸੂ ਬਣਾਈ ਰੱਖੇ, ਉਹਨਾਂ ਦੀ ਉਤਸੁਕਤਾ ਨੂੰ ਵਧਾਵੇ। ਇਹ ਸਾਰੀਆਂ ਗੱਲਾਂ ਤਾਂ ਹੀ ਹੈ ਜੇਕਰ ਬੱਚੇ ਉਹਨਾਂ ਦੀ ਇਕਾਗਰਤਾ ਬਣਾਉਣ ਦੇ ਲਈ ਇਹ ਗੱਲਾਂ ਜ਼ਰੂਰੀ ਹੋ ਜਾਂਦੀਆਂ ਨੇ। ਬੱਚੇ ਰੋਚਕ ਅਤੇ ਮਨੋਰੰਜਕ ਸਾਮਗਰੀ ਦੀ ਮਦਦ ਨਾਲ ਖੇਡ ਵਿੱਚ ਹੀ ਸਿੱਖ ਜਾਂਦੇ ਨੇ। ਤਾਂ ਬੱਚੇ ਕੀ ਕਰਦੇ ਨੇ, ਜਦੋਂ ਰੋਚਕ ਸਾਮਗਰੀ ਹੋਵੇ ਆਪਣੇ ਕੋਲ ਤਾਂ ਫਿਰ ਉਹ ਗੱਲਾਂ ਦੇ ਅੰਦਰ ਹੀ ਉਸ ਟੌਪਿਕ ਨੂੰ ਸਮਝ ਜਾਂਦੇ ਨੇ, ਉਸ ਦੇ ਮਤਲਬ ਨੂੰ ਸਮਝ ਜਾਂਦੇ ਨੇ, ਉਸ ਦੇ ਉਦੇਸ਼ ਦੀ ਪੂਰਤੀ ਹੋ ਜਾਂਦੀ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਅਗਲਾ ਜੋ ਪੁਆਇੰਟ ਆ ਜਾਂਦਾ ਸਾਥੀਓ, ਉਹ ਆ ਜਾਂਦਾ ਜ਼ਰੂਰੀ ਸੁਣਨ ਸ਼ਕਤੀ। ਬੱਚੇ ਵਿੱਚ ਜ਼ਰੂਰੀ ਸੁਣਨ ਸ਼ਕਤੀ ਹੋਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਲਾਜ਼ਮੀ ਗੱਲ ਹੈ ਸਾਥੀਓ। ਇਹਦੇ ਲਈ ਕੀ ਹੈ, ਬਹੁਤ ਵਾਰ ਬੱਚੇ ਐਸੀ ਗੱਲਾਂ ਹੁੰਦੀਆਂ ਨੇ ਕਿ ਉਸ 'ਤੇ ਕੁਛ ਮਜਬੂਰੀਆਂ ਹੋ ਜਾਂਦੀਆਂ ਨੇ ਕਿ ਉਸ ਬੱਚੇ ਦੀ ਜਿਹੜੀ ਪਰਿਵੇਸ਼ ਹੁੰਦਾ ਹੈ ਤਾਂ ਉਸ ਦੇ ਅੰਦਰ ਉਸ ਦੀ ਮਾਨਸਿਕਤਾ ਹਰ ਵੇਲੇ ਗ੍ਰਸਤ ਹੋਈ ਰਹਿੰਦੀ ਹੈ।
ਜਿਵੇਂ ਕਿ ਪਰਿਵਾਰਿਕ ਪਰਿਵੇਸ਼ ਹੋ ਗਿਆ, ਉਸਦਾ ਆਰਥਿਕ ਮਜਬੂਰੀਆਂ ਹੋ ਗਈਆਂ, ਜਿਸ ਨੂੰ ਬੱਚਾ ਹਰ ਵੇਲੇ ਦਿਮਾਗ ਦੇ ਅੰਦਰ ਰੱਖ ਕੇ ਥੋੜ੍ਹਾ ਜਿਹਾ ਅਸੀਂ ਇਹ ਕਹੀਏ ਕਿ ਉਹ ਹਰ ਵੇਲੇ ਆਪਣੇ ਆਪ ਨੂੰ ਕਿਸੇ ਸੰਕਟ ਸਥਿਤੀ ਦੇ ਅੰਦਰ ਮਹਿਸੂਸ ਕਰਦਾ ਹੈ, ਤਾਂ ਉਹ ਫਿਰ ਇਕਾਗਰ ਨਹੀਂ ਹੋ ਸਕਦਾ। ਜਾਂ ਫਿਰ ਕਈ ਵਾਰ ਐਸੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਬੱਚੇ ਨੂੰ ਕੋਈ ਸੁਣਨ ਕੌਸ਼ਲ ਦੇ ਜਿਹੜੇ ਅੰਗ ਨੇ ਜਿਹੜੇ ਉਹ ਮਦਦ ਨਹੀਂ ਕਰ ਰਹੇ ਹੈ, ਯਾਨੀ ਸੁਣਨ ਦੇ ਅੰਦਰ ਕੁਝ ਦਿੱਕਤ ਹੈ, ਜਾਂ ਕੋਈ ਵਾਤਾਵਰਨ ਇੱਦਾਂ ਦਾ ਹੈ ਜਿੱਥੇ ਬਹੁਤ ਸ਼ੋਰ ਸ਼ਰਾਬਾ ਹੈ, ਬੱਚੇ ਨੂੰ ਸੁਣਾਈ ਨਹੀਂ ਦੇ ਰਿਹਾ, ਤਾਂ ਇਹ ਸਾਰੀਆਂ ਗੱਲਾਂ ਜ਼ਰੂਰੀ ਹੁੰਦੀਆਂ ਨੇ। ਜੇਕਰ ਜ਼ਰੂਰੀ ਸੁਣਨ ਸ਼ਕਤੀ ਨਹੀਂ ਹੋਏਗੀ ਤਾਂ ਉਸ ਵਿੱਚ ਵਿਚਾਰਾਂ ਲਈ ਪ੍ਰੇਰਨਾ ਪੈਦਾ ਨਹੀਂ ਹੋਏਗੀ। ਬੱਚਾ ਜ਼ਰੂਰੀ ਸ਼ਕਤੀ ਰਾਹੀਂ ਸੁਣ ਕੇ ਹੀ ਸਮਝ ਸਕਦਾ ਹੈ। ਸੁਣਨਾ ਅਰਥ ਰੱਖਦਾ ਹੈ, ਸਮਝਣ ਤੋਂ ਬਿਨਾਂ ਸੁਣਨ ਦਾ ਕੋਈ ਮਹੱਤਵ ਵੀ ਨਹੀਂ ਬਣਦਾ। ਯਾਨੀ ਜੇਕਰ ਸਮਝਿਆ ਨਹੀਂ ਹੈ ਤਾਂ ਸੁਣਨ ਦਾ ਫਿਰ ਕੋਈ ਮਤਲਬ ਨਹੀਂ ਹੈ। ਸੁਣਨ ਦਾ ਮਤਲਬ ਤਾਂ ਹੀ ਹੈ ਜੇਕਰ ਉਸ ਨੂੰ ਸਮਝਿਆ ਜਾਏ, ਅਤੇ ਜੇਕਰ ਸੁਣੀ ਹੋਈ ਗੱਲ ਨੂੰ ਸਮਝ ਲਿਆ ਗਿਆ ਹੈ ਤਾਂ ਫਿਰ ਉਹਦੇ ਚੰਗੇ ਜਵਾਬ ਦਿੱਤੇ ਜਾ ਸਕਦੇ ਨੇ। ਫਿਰ ਆਪਣੇ ਕੋਲ ਇੱਕ ਹੋਰ ਪੁਆਇੰਟ ਆ ਗਿਆ, ਅੱਜ ਦਾ ਇਹ ਲਾਸਟ ਪੁਆਇੰਟ ਹੈ ਜਿਸ ਦੇ ਬਾਰੇ ਆਪਾਂ ਪੜ੍ਹਨਾ ਹੈ। ਉਹ ਆ ਜਾਂਦਾ ਹੈ ਬੌਧਿਕ ਪੱਧਰ। ਬੱਚਿਆਂ ਦੀ ਉਮਰ ਅਤੇ ਮਾਨਸਿਕ ਪੱਧਰ ਉਹਨਾਂ ਦੇ ਸੁਣਨ ਲਈ ਜ਼ਰੂਰੀ ਨਹੀਂ। ਯਾਨੀ ਇਹ ਨਾ ਹੋਏ ਕਿ ਬੱਚਾ ਕੋਈ 5ਵੀਂ ਜਮਾਤ ਦਾ ਹੈ ਅਤੇ ਉਸਨੂੰ ਅਸੀਂ 10+ ਵਾਲਾ ਜੋ ਲੈਕਚਰ ਹੈ ਉਹ ਦੇ ਰਹੇ ਹਾਂ। ਉਸ ਦੀ ਉਮਰ ਦੇ ਬੌਧਿਕ ਪੱਧਰ ਅਨੁਸਾਰ ਹੀ ਉਸਨੂੰ ਪੜ੍ਹਾਇਆ ਜਾਏ, ਸਮਝਾਇਆ ਜਾਏ, ਸਹਾਇਕ ਸਾਮਗਰੀ ਵਰਤੀ ਜਾਏ, ਤੱਥ ਰੱਖੇ ਜਾਣ। ਬੱਚਿਆਂ ਨੂੰ ਮਾਨਸਿਕ ਪੱਧਰ ਅਨੁਸਾਰ ਹੀ ਸੁਣਨ ਨੂੰ ਵਿਸ਼ੇ ਪੇਸ਼ ਕੀਤੇ ਜਾਣ ਤਾਂ ਜੋ ਉਹ ਉਹਨਾਂ ਬਾਰੇ ਸੁਣ ਕੇ ਸਮਝ ਪੈਦਾ ਕਰ ਸਕਣ। ਜੇਕਰ ਇਸ ਤਰ੍ਹਾਂ ਨਹੀਂ ਹੋਵੇਗਾ ਤਾਂ ਸੁਣ ਤੇ ਸਮਝਣ ਦਾ ਕੋਈ ਅਰਥ ਨਹੀਂ ਰਹਿ ਜਾਏਗਾ। ਤਾਂ ਇਹ ਸਾਥੀਓ ਉਹ ਜ਼ਰੂਰੀ ਗੱਲਾਂ ਸਨ ਜਿਹੜੀਆਂ ਇੱਕ ਸੁਣਨ ਕੌਸ਼ਲ ਦੇ ਲਈ ਲਾਜ਼ਮੀ ਹੈ, ਜਾਂ ਫਿਰ ਅਸੀਂ ਇਹ ਕਹੀਏ ਕਿ ਜ਼ਰੂਰੀ ਹੁੰਦੀਆਂ ਨੇ। ਮੈਨੂੰ ਆਸ ਹੈ ਕਿ ਆਪ ਨੂੰ ਇਹ ਸਭ ਟੌਪਿਕ ਸਮਝ ਦੇ ਅੰਦਰ ਆਏ ਹੋਣਗੇ, ਅਤੇ ਮੈਂ ਕੋਸ਼ਿਸ਼ ਇਹੀ ਕਰ ਰਿਹਾ ਕਿ ਇਹ ਟੌਪਿਕਾਂ ਦੀ ਸਮਝ ਆਵੇ, ਜੇ ਪੁਆਇੰਟ ਦਿੱਤੇ ਗਏ ਨੇ ਉਹਨਾਂ ਦੀ ਸਮਝ ਆਵੇ, ਤਾਂ ਕਿ ਪੁੱਛੇ ਗਏ ਵਿਕਲਪਾਂ ਦੇ ਅੰਦਰੋਂ ਤੁਸੀਂ ਰਾਈਟ ਵਿਕਲਪ ਚੁਣ ਸਕੋ। ਕਿਉਂਕਿ ਇਹ ਪੁਆਇੰਟਾਂ ਦੀ ਜੇਕਰ ਤੁਹਾਨੂੰ ਪਤਾ ਹੋਏਗਾ ਕਿ ਇਹ ਗੱਲ ਕਿਸ ਲਈ ਜ਼ਰੂਰੀ ਹੁੰਦੀ ਹੈ, ਤਾਂ ਇਹ ਗੱਲ ਜੇਕਰ ਸਮਝ ਆ ਗਈ ਤਾਂ ਫਿਰ ਇਹਨਾਂ ਦੇ ਅੰਦਰੋਂ ਹੀ ਪ੍ਰਸ਼ਨ ਆਉਣੇ ਹੈ। ਪ੍ਰਸ਼ਨ ਕੋਈ ਅਲੱਗ ਤੋਂ ਨਹੀਂ ਆਉਣੇ। ਜ਼ਿਆਦਾਤਰ ਇਹ ਪੁਆਇੰਟਾਂ ਨੂੰ ਸਮਝ ਕੇ ਫਿਰ ਪ੍ਰਸ਼ਨਾਂ ਦੀ ਜੇਕਰ ਪ੍ਰੈਕਟਿਸ ਕੀਤੀ ਜਾਏ ਤਾਂ ਉਹ ਵਧੇਰੇ ਕਾਰਗਰ ਸਿੱਧ ਹੋ ਸਕਦੀ ਹੈ। ਮੈਨੂੰ ਆਸ ਹੈ ਕਿ ਤੁਸੀਂ ਨਿਰੰਤਰ ਮਿਹਨਤ ਕਰਕੇ ਆਪਣੀ ਜਲਦ ਕਾਮਯਾਬੀ ਹਾਸਲ ਕਰੋਗੇ। ਸਹਿਜ ਸਟੱਡੀ YouTube ਚੈਨਲ ਆਪ ਸਭ ਦੀਆਂ ਕਾਮਯਾਬੀ ਦੀਆਂ ਅਰਦਾਸਾਂ ਕਰਦਾ ਹੈ। ਐਸੇ ਤਰੀਕੇ ਨਾਲ ਚੈਨਲ 'ਤੇ ਬਣੇ ਰਹੋ, ਮਿਹਨਤ ਜਾਰੀ ਰੱਖੋ। ਅਗਲੀ ਕਲਾਸ ਦੇ ਅੰਦਰ ਮੈਂ ਵਾਚਨ ਕੌਸ਼ਲ ਦੀ ਸਿੱਖਿਆ ਲੈ ਕੇ ਹਾਜ਼ਰ ਹੋਵਾਂਗਾ, ਕਿਉਂਕਿ ਜੋ ਆਪਣੇ ਇਹ 4 ਕੌਸ਼ਲ ਨੇ ਜਿਸ ਦੇ ਅੰਦਰ ਆਪਣਾ ਬੋਲਚਾਲ ਆ ਜਾਂਦਾ ਹੈ, ਸੁਣਨ ਆ ਜਾਂਦਾ ਹੈ, ਵਾਚਨ ਆ ਜਾਂਦਾ ਹੈ ਅਤੇ ਲਿਖਤ ਆ ਜਾਂਦਾ। ਇਹਨਾਂ ਕੌਸ਼ਲਾਂ ਦੇ ਬਾਰੇ ਆਪਾਂ ਪੜ੍ਹਨਾ ਹੈ, ਅਤੇ ਇਹ ਕੌਸ਼ਲ ਨੇ ਜਿਹੜੇ ਆਪਣੇ ਸਿਲੇਬਸ ਦੇ ਅੰਦਰ ਇੱਕ ਇੰਪੋਰਟੈਂਟ ਟੌਪਿਕ ਵਜੋਂ ਨੇ, ਅਤੇ ਇਹਨਾਂ ਦੇ ਅੰਦਰੋਂ ਪ੍ਰਸ਼ਨ ਹਰ ਹਾਲਤ ਪੁੱਛਿਆ ਜਾਏਗਾ। ਇਸ ਦੇ ਅੰਦਰ ਪ੍ਰਸ਼ਨ ਆਉਣਾ ਗਰੰਟਿਡ ਕਹਿ ਸਕਦੇ ਹੋ, ਪਰ ਉਹ ਟੌਪਿਕਾਂ ਦੀ ਤੁਹਾਨੂੰ ਸਮਝ ਹੋਏਗੀ ਤਾਂ ਤੁਸੀਂ ਉਸ ਦਾ ਠੀਕ ਉੱਤਰ ਦੇ ਸਕਦੇ ਹੋ। ਅਗਲੀ ਕਲਾਸ ਦੇ ਅੰਦਰ ਵਾਚਨ ਕੌਸ਼ਲ ਦੀ ਸਿੱਖਿਆ ਦੇ ਬਾਰੇ ਗੱਲ ਕਰਾਂਗੇ। ਇਹ ਸਭ ਟੌਪਿਕ ਆਪਣੇ ਥਿਊਰੀ ਪੜ੍ਹਨ ਤੋਂ ਬਾਅਦ 'ਚ ਕੁਐਸਚਨਾਂ ਦੀ ਪ੍ਰੈਕਟਿਸ ਵੀ ਕਰਵਾਵਾਂਗਾ। ਇਸ ਲਈ ਨਿਰੰਤਰ ਚੈਨਲ 'ਤੇ ਬਣੇ ਰਹਿਣਾ ਅਤੇ ਮਿਹਨਤ ਜਾਰੀ ਰੱਖਣਾ। ਧੰਨਵਾਦ ਸਾਥੀਓ।